ट्रैक्टर का रेट जो 7% ਵਧਿਆ 240 ਨੂੰ ਵੇਖੋ ਜੇ ਤੇ 21,90,000 ਰੁਪਏ ਉਹਦੀ ਕੀਮਤ ਸੀ ਇਨਵਾਇਸ ਤੇ ਹੁਣ ਜਿਹੜੇ ਵੇਖੋ ਟੈਕਸ ਤੋਂ ਇਲਾਵਾ ਕੀਮਤ ਹੈ 21,50,000। ਹਾਂਜੀ ਹਾਂਜੀ ਕੰਪਨੀ ਨੇ 40,000 ਆਪਣੇ ਕੋਲੋਂ ਛੱਡਿਆ ਟਰੈਕਟਰ ਦੇ। ਕੰਪਨੀ ਨੂੰ ਅਜੇ ਜ਼ਬਾਨੀ ਨੋਟੀਫਿਕੇਸ਼ਨ ਆਇਆ ਕਿ ਜੀ ਇੰਨਾ % ਟੈਕਸ ਅਸੀਂ ਲਾ ਰਹੇ ਹਾਂ ਜੀ ਜੀ ਗਵਰਨਮੈਂਟ ਵੱਲੋਂ। ਜੀ ਜੀ ਅਜੇ ਕੋਈ SRO ਜਿਹਨੂੰ ਕਹਿੰਦੇ ਆ ਨੋਟੀਫਿਕੇਸ਼ਨ FBR ਤੋਂ ਇਹਨਾਂ ਨੂੰ ਨਹੀਂ ਮਿਲਿਆ। ਅੱਛਾ ਤੇ ਕਿਉਂਕਿ ਇਹਨਾਂ ਨੂੰ ਨੋਟੀਫਿਕੇਸ਼ਨ ਨਹੀਂ ਮਿਲਿਆ ਤੇ ਇਸ ਵਜ੍ਹਾ ਤੋਂ ਅਜੇ ਪੱਕੀ ਗੱਲ ਕੋਈ ਨਹੀਂ ਕਿ ਇਹੀ ਟੈਕਸ। जी अस्सलाम वालेकुम जी। वालेकुम अस्सलाम भाजी की हाल ठीक ठाक हो? अल्हम्दुलिल्लाह बेहतरीन जनाब। भाई पहला तो अपना तारफ करा दो जी, अपने शोरूम का तारफ करा दो जी। ਭਾਈ ਜੀ ਅਸੀਂ ਬਾਖਤਿਆਰ ਡੀਲਰ ਆ ਮਿਲਤ ਦੇ ਸਾਈਕਲ ਮੋਟਰ ਦੇ ਨਾਂ ਤੋਂ ਰਾਵਲਪਿੰਡੀ ਦੇ ਵਿੱਚ ਤੇ ਲਾਹੌਰ ਦੇ ਵਿੱਚ ਸਾਡਾ ਸ਼ੋਰੂਮ ਹੈ ਜੀ ਕੈਪੀਟਲ ਟਰੈਕਟਰ ਦੇ ਨਾਂ ਤੋਂ ਤੇ ਇੱਥੇ ਵੀ ਅਸੀਂ ਜ਼ਰੀਲਾਤ ਬਣਾ ਰਹੇ ਹਾਂ ਤੇ ਟਰੈਕਟਰਾਂ ਦਾ ਕੰਮ ਕਰ ਰਹੇ ਹਾਂ। ਅੱਛਾ ਤੇ ਭਾਈ ਤੁਹਾਨੂੰ ਪਤਾ ਲੱਗ ਗਿਆ ਹੋਣਾ ਜੀ ਕੀਮਤਾਂ ਵਧਾਤੀਆਂ ਕੰਪਨੀ ਨੇ ਜੀ। ਤੇ ਕੀ ਸੂਰਤ ਹਾਲ ਹੈ ਮਾਰਕੀਟ ਦੀ? ਮਾਰਕੀਟ ਦੀ ਜਦੋਂ ਵੀ ਕੀਮਤ ਵੱਧਦੀ ਹੈ ਤੇ ਟਰੈਕਟਰ ਸੇਲ ਬੰਦ ਹੋ ਜਾਂਦਾ ਹੈ। ਉਂਝ ਵੀ ਇਹ ਆਫ ਸੀਜ਼ਨ ਹੈਗਾ ਜੀ ਜੀ ਤੇ ਆਫ ਸੀਜ਼ਨ ਦੇ ਵਿੱਚ ਰੇਟ ਵੱਧ ਗਿਆ। ਇੱਕ ਇਹ ਵਜ੍ਹਾ ਬਣ ਗਈ ਟਰੈਕਟਰ ਨਾ ਵਿਕਣ ਦੀ ਤੇ ਦੂਜਾ ਅੱਗੇ ਫਿਰ ਅੱਲਾ ਖੈਰ ਕੀਤਾ ਗ੍ਰੀਨ ਟਰੈਕਟਰ ਸਕੀਮ ਆ ਰਹੀ ਹੈ ਜੀ ਜੀ ਤੇ ਉਹਦੀ ਵਜ੍ਹਾ ਤੋਂ ਵੀ ਗਾਹਕ ਦੀ ਤਵੱਜੋ ਗ੍ਰੀਨ ਟਰੈਕਟਰ ਸਕੀਮ ਵੱਲ ਹੋ ਗਈ ਤੇ ਕੁਝ ਲੋਨਿੰਗ ਵਾਲਾ ਟਰੈਕਟਰ ਹੈ ਉਹ ਬੈਂਕ ਲੋਨ ਵਾਲਾ ਗਾਹਕ ਉਸ ਪਾਸੇ ਚਲਾ ਜਾਂਦਾ ਹੈ ਤੇ ਇਸ ਵਜ੍ਹਾ ਤੋਂ ਕੈਸ਼ ਤੇ ਟਰੈਕਟਰ ਦੀ ਜਿਹੜੀ ਮਾਰਕੀਟ ਆ ਬੜੀ ਲੋ ਹੋਈ ਹੈ, ਬੜੀ ਲੋ ਹੋ ਗਈ ਹੈ। ਤੇ ਭਾਈ ਕਾਫੀ ਜ਼ਿਆਦਾ ਤਕਰੀਬਨ 2 ਹਫ਼ਤੇ ਤੋਂ ਗੱਲ ਸੁਣਦੇ ਪਏ ਹਾਂ ਜੀ ਰੇਟ ਵਧਨੇ ਨੇ ਬੜਾ ਕੰਮ ਰੋਕਿਆ ਸੀ। ਮਾਰਕੀਟ ਵੀ ਬਿਲਕੁਲ ਨਹੀਂ, ਡੀਲਰ ਵੀ ਪਰੇਸ਼ਾਨ ਹੈ ਯਾਰ ਕੰਪਨੀ ਕੋਈ ਨੋਟੀਫਿਕੇਸ਼ਨ ਦੇਵੇ ਤੇ ਆਖਰਕਾਰ ਕੱਲ ਕੰਪਨੀ ਨੇ ਨੋਟੀਫਿਕੇਸ਼ਨ ਦੇ ਦਿੱਤਾ ਹੈ। ਅਜੇ ਵੀ ਵਿੱਚ ਕੱਚਾ ਪੱਕਾ ਵੇ ਵੀ ਇਹ ਪੱਕਾ ਵਾ ਨੋਟੀਫਿਕੇਸ਼ਨ ਜਾਂ ਮਜ਼ੀਦ ਨੋਟੀਫਿਕੇਸ਼ਨ ਦੇਣਗੇ। ਤੁਹਾਡੀ ਇਸ ਬਾਰੇ ਕੀ ਰਾਏ ਹੈ? ਜਿੱਥੇ ਤੱਕ ਮੈਨੂੰ ਪਤਾ ਹੈ ਕੰਪਨੀ ਨੂੰ ਅਜੇ ਜ਼ਬਾਨੀ ਨੋਟੀਫਿਕੇਸ਼ਨ ਆਇਆ ਕਿ ਜੀ ਇੰਨਾ % ਟੈਕਸ ਅਸੀਂ ਲਾ ਰਹੇ ਹਾਂ ਜੀ ਜੀ ਗਵਰਨਮੈਂਟ ਵੱਲੋਂ। ਜੀ ਜੀ ਅਜੇ ਕੋਈ SRO ਜਿਹਨੂੰ ਕਹਿੰਦੇ ਆ ਨੋਟੀਫਿਕੇਸ਼ਨ FBR ਤੋਂ ਇਹਨਾਂ ਨੂੰ ਨਹੀਂ ਮਿਲਿਆ। ਅੱਛਾ ਤੇ ਕਿਉਂਕਿ ਇਹਨਾਂ ਨੂੰ ਨੋਟੀਫਿਕੇਸ਼ਨ ਨਹੀਂ ਮਿਲਿਆ ਤੇ ਇਸ ਵਜ੍ਹਾ ਤੋਂ ਅਜੇ ਪੱਕੀ ਗੱਲ ਕੋਈ ਨਹੀਂ ਕਿ ਇਹੀ ਟੈਕਸ ਲੱਗੇਗਾ ਕਿ ਨਹੀਂ। ਜਦੋਂ ਨੋਟੀਫਿਕੇਸ਼ਨ ਆਏਗਾ ਤੇ ਫਿਰ ਬਿਲਕੁਲ ਵਾਜ਼ਿਹ ਹੋ ਜਾਏਗੀ, ਪੱਕੀ ਹੋ ਜਾਏਗੀ ਗੱਲ। ਅੱਛਾ ਮਜ਼ੀਦ ਚਾਂਸ ਹੈ ਨੇ ਘਟਣ ਦੇ ਜਾਂ ਟੈਕਸ ਜਾਂ ਵਧਣ ਦੇ ਨੇ? ਤੁਹਾਡੇ ਇਸ ਬਾਰੇ ਕੀ ਰਾਏ? ਘਟਣ ਵਾਲਾ ਤੇ ਪਾਕਿਸਤਾਨ ਦੇ ਵਿੱਚ ਕੰਮ ਘੱਟ ਹੀ ਹੁੰਦਾ ਹੈ। ਅੱਛਾ ਵੱਧ ਹੀ ਸਕਦਾ ਹੈ ਲੇਕਿਨ ਵੈਸੇ ਕਾਫੀ ਹੱਦ ਤੱਕ ਇਹ ਹੀ ਹੈ ਕਿ ਇਹੀ ਰਹੇਗਾ ਰੇਟ। ਲੇਕਿਨ ਜੇ ਨੋਟੀਫਿਕੇਸ਼ਨ ਆਇਆ ਤੇ ਇਹੀ ਹੈ ਕਿ ਸ਼ਾਇਦ ਵੱਧ ਹੀ ਜਾਏ। ਅੱਛਾ ਭਾਈ ਮਜ਼ੀਦ ਮੈਂ ਕਨਫਰਮ ਜ਼ਿਮੀਂਦਾਰ ਨੂੰ ਦੱਸਣਾ ਚਾਹਾਂਗਾ ਕਿ ਮਜ਼ੀਦ ਪਾਰਟਸ ਦੇ ਉੱਤੇ ਜਿਹੜਾ ਨਾ ਮਿਲਤ ਇੱਥੇ ਟੈਕਸ ਦੇਂਦਾ ਪਿਆ। ਪਾਰਟਸ ਦੇ ਰਿਹਾ, ਪਾਰਟਸ ਦੇ ਵੀ ਰਿਹਾ, ਮਜ਼ੀਦ ਉੱਤੇ ਟਰੈਕਟਰ ਤੇ ਟੈਕਸ ਲੱਗ ਗਿਆ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੋਵਾਂ ਪਾਸੋਂ ਟੈਕਸ ਲੈ ਰਹੇ ਨੇ ਹੁਣ? ਨਹੀਂ, ਇਹਦਾ ਡਿਫਰੈਂਸ ਹੁੰਦਾ ਹੈ ਜਿੰਨਾ ਟਰੈਕਟਰ ਤੇ ਲੱਗਦਾ ਹੈ ਟੈਕਸ ਤੇ ਜਿੰਨਾ ਸਪੇਅਰ ਪਾਰਟ ਤੇ ਲੱਗਾ ਹੁੰਦਾ ਹੈ ਇਹਨਾਂ ਦਾ ਜਿਹੜਾ ਆਪਸ ਵਿੱਚ ਜਮਾ ਤਫਰੀਕ ਕਰਕੇ ਤੇ ਜਿਹੜਾ ਬਚਦਾ ਹੈ ਉਹ ਜਮਾ ਹੁੰਦਾ ਹੈ ਗਵਰਨਮੈਂਟ ਨੂੰ ਨਾ ਟੈਕਸ। ਅੱਛਾ ਤੇ ਪਹਿਲੇ ਟਰੈਕਟਰ ਦੇ ਉੱਤੇ ਕੋਈ ਟੈਕਸ ਨਹੀਂ ਸੀ, 10% ਵੀ ਨਹੀਂ ਸੀ, ਹਾਂਜੀ ਜ਼ੀਰੋ ਟੈਕਸ ਸੀ ਬਿਲਕੁਲ। ਤੇ ਪਾਰਟਸ ਦੇ ਉੱਤੇ 18% 18% ਬਿਲਕੁਲ। ਤੇ ਹੁਣ ਪਾਰਟਸ ਦੇ ਉੱਤੇ ਤੇ ਉਹੀ 18% ਹੈ ਤੇ ਹੁਣ ਅੱਗੇ ਟਰੈਕਟਰ ਦੇ ਉੱਤੇ ਵੀ 10% ਲੱਗ ਗਿਆ। ਲੇਕਿਨ ਇੱਕ ਗੱਲ ਜਿਹੜੀ ਤੁਸੀਂ ਗੌਰ ਕਰੋ ਟਰੈਕਟਰ ਦਾ ਰੇਟ ਜਿਹੜਾ 7% ਵਧਿਆ। ਤੁਸੀਂ ਵੇਖੋ 240 ਨੂੰ ਵੇਖੋ ਜੇ ਤੇ 21,90,000 ਰੁਪਏ ਉਹਦੀ ਕੀਮਤ ਸੀ ਇਨਵਾਇਸ ਤੇ ਹੁਣ ਜਿਹੜੇ ਵੇਖੋ ਟੈਕਸ ਤੋਂ ਇਲਾਵਾ ਕੀਮਤ ਹੈ 21,50,000। ਹਾਂਜੀ ਹਾਂਜੀ ਕੰਪਨੀ ਨੇ 40,000 ਆਪਣੇ ਕੋਲੋਂ ਛੱਡਿਆ ਟਰੈਕਟਰ ਦੇ। ਅੱਛਾ ਤੇ ਬਕਾਇਆ 10% ਟੈਕਸ ਲੱਗ ਗਿਆ, 3% ਕੰਪਨੀ ਨੇ ਛੱਡ ਦਿੱਤਾ ਤੇ ਤੁਸੀਂ ਗੌਰ ਕਰੋ ਤੇ 7% ਰੇਟ ਵਧਿਆ। ਇਸ ਤੋਂ ਉੱਤੇ ਨਹੀਂ ਵਧਿਆ ਕਿਸੇ ਵੀ ਟਰੈਕਟਰ ਦਾ ਰੇਟ। ਮਤਲਬ 3% ਜਿਹੜਾ ਵਾ ਉਹ ਕੰਪਨੀ ਦੇ ਖਾਤੇ ਗਿਆ ਹੈ, ਕੰਪਨੀ ਦੇ ਖਾਤੇ ਗਿਆ। ਉਹ 10% ਦੇ ਜਿਹੜਾ ਉਤਲਾ ਤੁਸੀਂ ਵੇਖੋਗੇ ਪ੍ਰਾਈਸ ਲਿਸਟ ਦੇ ਵਿੱਚ ਉਹ ਤੇ ਕੰਪਨੀ ਦਾ ਹੈ ਹੀ ਨਹੀਂ ਨਾ, ਉਹ ਤੇ ਗਵਰਨਮੈਂਟ ਨੂੰ ਹੀ ਜਾਣਾ ਹੈ, ਗਵਰਨਮੈਂਟ ਨੂੰ ਜਾਣਾ। ਮਤਲਬ ਉਹ ਜੀ ਜ਼ਿਮੀਂਦਾਰਾਂ ਵਾਸਤੇ ਕੰਪਨੀ ਨੇ 3% ਰਿਲੀਫ ਕਰਕੇ ਕਿ ਭਈ ਗਵਰਨਮੈਂਟ ਨੇ ਤੇ ਚਲੋ ਲਾਤਾ ਤੇ ਉਹਨਾਂ ਆਪਣੇ ਵੱਲੋਂ ਰਿਲੀਫ ਦਿੱਤਾ ਕਿ ਐ ਨਾ ਹੋਏ ਕਿ ਬਹੁਤਾ ਹੀ ਮਹਿੰਗਾ ਹੋ ਜਾਏ ਕਿ ਬਿਲਕੁਲ ਹੀ ਕੰਮ ਰੁਕ ਜਾਏ। ਉਹਨਾਂ ਦਾ ਵੀ ਇੱਕ ਕਾਰੋਬਾਰ ਹੈ ਨਾ, ਉਹਨਾਂ ਦੀ ਫੈਕਟਰੀ ਹੈ। ਦੇਖੋ ਜੀ ਇਹ ਜਿਹੜੇ ਕੰਪਨੀਆਂ ਨੇ ਜ਼ਿਮੀਂਦਾਰਾਂ ਦਾ ਕਰਕੇ ਚੱਲਣ ਰਹੀਆਂ। ਜ਼ਿਮੀਂਦਾਰ ਟਰੈਕਟਰ ਖਰੀਦਦਾ ਹੈ, ਇਹਨਾਂ ਦਾ ਸਰਕਟ ਚੱਲਣ ਡਿਆ। ਕਾਫੀ ਜ਼ਿਮੀਂਦਾਰ ਇਸ ਗੱਲ ਤੋਂ ਗਿਲਾ ਕਰਦੇ ਹੈ ਵੀ ਕੰਪਨੀ ਨੇ ਕੋਈ ਸਾਡੇ ਵਾਸਤੇ ਕੋਈ ਐਕਸ਼ਨ ਨਹੀਂ ਲਿਆ। ਇਹ ਤੁਸੀਂ ਗੱਲ ਬੜੀ ਅੱਛੀ ਕੀਤੀ ਹੈ ਜੀ। ਪਹਿਲਾਂ ਅਸੀਂ ਵੀ ਗੌਰ ਨਹੀਂ ਕੀਤਾ ਕਿ ਕੰਪਨੀ ਨੇ ਵਿੱਚ 3% ਰਿਲੀਫ ਜ਼ਿਮੀਂਦਾਰਾਂ ਵਾਸਤੇ ਛੱਡਿਆ ਆਪਣੇ ਕੋਲੋਂ। ਪਹਿਲੇ ਤੇ ਇਹ ਉਮੀਦ ਸੀ ਕਿ 18% ਲੱਗੇਗਾ ਟੈਕਸ। ਇਹ ਕੰਪਨੀ ਜਾਂ ਵੱਡੇ ਜਿਹੜੇ ਅਹੁਦੇਦਾਰਾਂ ਨੇ ਉਹਨਾਂ ਨੇ ਮੇਰਾ ਜ਼ਾਤੀ ਖਿਆਲ ਹੈ ਕੋਈ ਗੱਲ ਕੀਤੀ ਹੈ ਗਵਰਨਮੈਂਟ ਦੇ ਨਾਲ, ਕੋਈ ਮਿੰਨਤ ਤਰਲਾ ਕੀਤਾ ਹੈ ਕਿ ਇਹ 10% ਤੇ ਉਹਨਾਂ ਟੈਕਸ ਲਾਇਆ। ਵਰਨਾ ਅਸੂਲਨ ਤੇ ਜਿਹੜਾ ਆਮ ਲੱਗਦਾ 18% ਤੇ ਉਹ ਲੱਗਣਾ ਚਾਹੀਦਾ ਸੀ। 8% ਦੀ ਉਹ ਵੀ ਸਮਝੋ ਇਹਨਾਂ ਦੀ ਇੱਕ ਕਾਵਿਸ਼ ਹੈ ਜਿਹੜਾ ਘੱਟ ਕਰਾਇਆ ਨਾ ਟੈਕਸ। ਤੇ ਭਾਜੀ ਨੇ ਜਿਹੜੇ ਰੇਟ ਵੱਧ ਗਏ ਨੇ ਮਾਰਕੀਟ ਤੇ ਕੀ ਅਸਰ ਪਿਆ? ਪਹਿਲਾਂ ਹੀ ਬਿਲਕੁਲ ਸੇਲ ਨਹੀਂ ਸੀ ਹੈਗੀ ਮਾਰਕੀਟ ਤੇ ਬਿਲਕੁਲ ਸਮਝੋ ਠੱਪ ਹੋ ਗਈ ਹੈ। ਅਸੀਂ ਰੋਜ਼ ਆਨੇ ਆ
ਤੇ ਹੁਣ ਬਾਰਿਸ਼ਾਂ ਵੀ ਲੱਗੀਆਂ ਜੇ ਤੇ ਉਹ ਬਿਲਕੁਲ ਹੀ ਖਾਲੀ ਹੱਥ ਵਾਪਸੀ ਚਲੇ ਜਾਂਦੇ ਆ, ਕਿਉਂਕਿ ਗ੍ਰੀਨ ਟਰੈਕਟਰ ਤੇ ਕੋਈ ਬੰਦਾ ਇੰਤਜ਼ਾਰ ਕਰ ਰਿਹਾ, ਕੋਈ ਬੰਦਾ ਲੋਨ ਤੇ ਟਰੈਕਟਰ ਲੈ ਰਿਹਾ ਹੈ, ਤੇ ਜਿਹੜਾ ਕੈਸ਼ ਵਾਲਾ ਹੈ ਉਹ ਐਡਾ ਮਹਿੰਗਾ ਹੈ ਕਿ ਕਿਸਾਨ ਦੀ ਪਹੁੰਚ ਤੋਂ ਫਿਲਹਾਲ ਬਾਹਰ ਹੋਇਆ। ਵੇਖੋ ਜੀ ਆਫ ਸੀਜ਼ਨ ਹੈ ਬਿਲਕੁਲ, ਵੇਖੋ ਜੀ ਪਹਿਲਾਂ ਹੀ ਬਿਲਕੁਲ ਜਿਹੜਾ ਕੈਸ਼ ਇਹਨਾਂ ਮਾਰਕੀਟ ਬਿਲਕੁਲ ਹੀ ਨਹੀਂ ਰਹੀ ਯਾਰ, ਸਾਲ 1 ਰੁਪਈਆ ਵੀ ਓਨ ਨਹੀਂ ਰਿਹਾ ਟਰੈਕਟਰ ਦੀ, ਐਵੇਂ ਗੱਲ ਪੂਰੇ ਸਾਲ ਆਉਣ ਤੇ ਉਤੋਂ ਮਜ਼ੀਦ ਰੇਟ ਵੱਧ ਗਏ ਨੇ, ਤੇ ਮੇਰਾ ਖਿਆਲ ਮਜ਼ੀਦ ਕੈਸ਼ ਵਾਲੀ ਮਾਰਕੀਟ ਤੇ ਗਈ ਬਿਲਕੁਲ ਹੀ ਜ਼ੀਰੋ ਹੋ ਗਈ ਹੈ ਜੀ ਕੈਸ਼ ਵਾਲੀ ਮਾਰਕੀਟ। ਜਿਹੜਾ ਕੰਟਰੋਲ ਰੇਟ ਹੈ ਨਵਾਂ, ਉਹਦੇ ਤੋਂ ਟਰੈਕਟਰ ਸਸਤਾ ਵਿਕਣ ਡਿਆ। ਹੁਣ ਵੇਖੋ ਕੋਈ 37 ਲੱਖ 7,000 ਰੁਪਏ ਲਾਉਂਦਾ 85 ਤੇ, ਤੇ ਉਹ ਕੋਈ ਕਮਾਉਣ ਵਾਸਤੇ ਲਾ ਰਿਹਾ, ਉਹ 10 20 30 40,000 ਰੁਪਏ ਸਸਤਾ ਵੇਚਣ ਡਿਆ, ਤੇ ਉਹਦੀ ਮਜਬੂਰੀ ਹੈ ਵੇਚ ਰਿਹਾ, ਵਰਨਾ ਕਿਹਨੂੰ ਸ਼ੌਕ ਹੈ ਵੇਚਣ ਦਾ ਸਸਤਾ। ਵੇਖੋ ਜੀ ਅਗਰ ਰੇਟ ਵਧੇ ਇਹਨਾਂ ਟਰੈਕਟਰਾਂ ਦੇ ਨਾਲ ਜ਼ਿਮੀਂਦਾਰਾਂ ਦੇ ਜਨਾਸ ਦੇ ਰੇਟ ਵੀ ਵੱਧਦੇ ਨਾ, ਤੇ ਫੇਰ ਲੈਵਲ ਰਹਿੰਦਾ ਬਿਲਕੁਲ। ਉਹ ਇੱਕ ਪਲੜਾ ਭਾਰੀ ਹੋ ਗਿਆ, ਇੱਕ ਬਿਲਕੁਲ ਹੀ ਡਾਊਨ ਹੋ ਗਿਆ, ਫਿਰ ਹਾਂਜੀ ਸਰਕਟ ਚੱਲਦਾ ਬਿਲਕੁਲ। ਇਸ ਵਾਰੀ ਕਣਕ ਦੇ ਨਾਲ ਵੀ ਜਿਹੜੀ ਬਦਕਿਸਮਤੀ ਹੋਈ ਤੇ ਟਰੈਕਟਰ ਦਾ ਰੇਟ ਵੱਧ ਗਿਆ, ਤੇ ਬਿਲਕੁਲ ਹੀ ਕੰਮ ਡਾਊਨ ਹੋ ਗਿਆ। ਤੇ ਭਾਈ ਮਜ਼ੀਦ ਦੱਸ ਦਿਓ ਜੀ ਕੀ ਰੇਟ ਚੱਲ ਰਿਹਾ ਵਾ, ਨਵਾਂ ਰੇਟ, ਤੇ ਮਾਰਕੀਟ ਕੀ ਡਿਮਾਂਡ ਕਰ ਰਹੇ ਨੇ ਡੀਲਰ। ਜਿਹੜਾ ਸਭ ਤੋਂ ਮਸ਼ਹੂਰ ਤੇ ਸਭ ਤੋਂ ਜਿਹੜਾ ਜ਼ਿਆਦਾ ਸੇਲ ਡਿਮਾਂਡ ਹੈ ਜਿਹਦੀ ਟਰੈਕਟਰ ਦੀ, ਉਹ 85 ਹੈ ਜੀ। ਉਹਦਾ ਕੰਪਨੀ ਦਾ ਰੇਟ ਹੈ ਜੀ 37 ਲੱਖ ਤੇ 7,000 ਰੁਪਏ ਜੀ। ਤੇ ਉਹ ਜਿਹੜਾ ਹੈ ਹੁਣ ਵੈਸੇ ਤੇ ਮਾਰਕੀਟ ਦੇ ਵਿੱਚ 37 ਲੱਖ ਮੰਗ ਰਹੇ ਨੇ, ਲੇਕਿਨ 37 ਲੱਖ ਤੇ ਵਿਕ ਨਹੀਂ ਰਿਹਾ, ਕੋਈ 36.5 ਤੇ 37 ਦੇ ਦਰਮਿਆਨ, ਜਿੱਥੇ ਗਾਹਕ ਜਾਂ ਦੁਕਾਨਦਾਰ ਮੁਤਮਿਨ ਹੋ ਜਾਏ ਤੇ ਉੱਥੇ ਵੇਚ ਦਿੰਦੇ ਨੇ। ਮਤਲਬ ਡਿਮਾਂਡ 37 ਦੀ ਕਰ ਰਹੇ ਨੇ, ਸੇਲ ਨਹੀਂ ਹੋ ਰਹੀ। ਦੇਖੋ ਉਹਨੇ ਜਿਹਨੇ 37 ਲੱਖ 7,000 ਲਾਇਆ, ਉਹਦਾ ਹੌਸਲਾ ਨਹੀਂ ਹੈ ਕਿ 7,000 ਦਾ ਮੈਂ ਨੁਕਸਾਨ ਕਰ ਲਵਾਂ, ਲੇਕਿਨ ਜਦੋਂ ਨਹੀਂ ਵਿਕਦਾ ਫਿਰ ਉਹ ਹੋਰ ਨੁਕਸਾਨ ਵੀ ਕਰ ਲੈਂਦਾ ਦੁਕਾਨਦਾਰ ਆਪਣਾ। ਤੇ ਆਪਣਾ ਜ਼ਿਆਦਾ ਸੇਲ ਗਾਹਕ ਜ਼ਿਆਦਾ 85 ਸਾਦੇ ਦੀ ਕਰ ਰਿਹਾ ਜਾਂ ਡਿਲਕਸ ਦੀ ਜ਼ਿਆਦਾ ਡਿਮਾਂਡ ਤੇ ਜੀ ਡਿਲਕਸ ਦੀ ਸੀ, ਲੇਕਿਨ ਹੁਣ ਜਿਹੜਾ ਹੈ ਮਿਕਸ ਹੋ ਗਿਆ ਕੰਮ, ਕਿਉਂਕਿ ਡਿਲਕਸ ਬਹੁਤਾ ਮਹਿੰਗਾ ਹੋ ਗਿਆ ਤੇ 85 ਸਾਦੇ ਦੀ ਵੀ ਡਿਮਾਂਡ ਬਣ ਗਈ ਹੈ ਪਿੱਛੇ ਕਰਕੇ। ਤੇ ਜਦੋਂ ਨਵਾਂ ਡਿਲਕਸ ਆਇਆ ਸੀ ਤੇ ਸਮਝੋ 10 ਬੰਦਿਆਂ ਚੋਂ 7 ਬੰਦੇ ਡਿਲਕਸ ਹੀ ਮੰਗਦੇ ਸਨ। ਹਾਂਜੀ ਦੇਖੋ ਜੀ ਹੁਣ 4x4 ਜਿਹੜਾ 52 ਲੱਖ ਮੇਰਾ ਖਿਆਲ 30,000 ਰੁਪਏ ਦਾ ਆ ਗਿਆ ਨਵਾਂ ਰੇਟ ਕਨਫਰਮ ਕਰ ਦਿਓ ਜੀ। 52 ਲੱਖ ਤੇ 14,000 ਰੁਪਏ ਤੇ ਆ ਗਿਆ ਡਿਲਕਸ ਦਾ, ਤੇ 48 ਲੱਖ ਤੇ 95,000 ਸਾਦਾ 4x4। ਅੱਛਾ, ਜਿਹੜੇ ਆਪਣੇ 3-4 ਜ਼ਿਆਦਾ ਸੇਲ ਨੇ ਟਰੈਕਟਰ, ਉਹਨਾਂ ਦੀ ਦੁਬਾਰਾ ਇੱਕ ਦਫਾ ਰੇਟ ਰਿਪੀਟ ਕਰ ਦਿਓ ਜੀ। 60 ਦੇ ਹੋ ਗਏ, 40 ਦੇ ਤੇ 85। ਜੀ ਜ਼ਿਆਦਾ ਸਾਡਾ 40 ਵਿਕਦਾ ਛੋਟਿਆਂ ਦੇ ਵਿੱਚ, ਉਹਦਾ ਹੈ ਜੀ 23 ਲੱਖ ਤੇ 65,000 ਜੀ। ਤੇ ਜਿਹੜਾ 60 ਹੈ ਉਹਦਾ ਹੈ ਜੀ 27 ਲੱਖ ਤੇ 40,000, ਤੇ 60 ਦੇ ਵਿੱਚ ਜਿਹੜਾ ਡਿਲਕਸ ਆ ਗਿਆ ਉਹਦਾ ਹੈ ਜੀ 39 ਲੱਖ ਤੇ 81,000, ਤੇ ਉਹਦਾ 85 ਜਿਹੜਾ ਹੈ ਉਹ 37 ਲੱਖ 7,000। ਇਹ ਮੈਂ ਤੁਹਾਨੂੰ ਕੰਪਨੀ ਦੇ ਰੇਟ ਦੱਸ ਰਿਹਾ, ਮਾਰਕੀਟ ਉੱਤੇ ਥੱਲੇ ਹੁੰਦੀ ਹੈ। ਤੇ ਜਿਹੜਾ 85 ਡਿਲਕਸ ਹੈ ਤੇ 40 ਲੱਖ 70,000, ਤੇ 85 4x4 ਹੋ ਗਿਆ ਸਾਦਾ, ਤੇ 48 ਲੱਖ ਤੇ 95,000, ਤੇ 85 4x4 ਡਿਲਕਸ ਜਿਹੜਾ ਹੈ ਤੇ 52 ਲੱਖ ਤੇ 14,000 ਰੁਪਏ ਦਾ ਇਹ ਕੰਟਰੋਲ ਰੇਟ ਹੈ ਕੰਪਨੀ ਦਾ। 52 ਲੱਖ 14,000 ਰੁਪਏ, ਕਦੀ ਸੋਚਿਆ ਨਹੀਂ ਵੀ ਇੰਨਾ ਰੇਟ ਹੋਏਗਾ। ਵੇਖ ਲੋ ਕਿਤੇ ਕੰਮ ਪਾਉਣਗੇ। ਟਰੈਕਟਰ ਕੋਈ 30 ਲੱਖ ਦੇ ਕੋਲ 25 ਲੱਖ ਦੇ ਕੋਲ ਸੀ ਇੱਕ ਜ਼ਮਾਨੇ ਦੇ ਵਿੱਚ। ਹਾਂਜੀ ਕੋਈ ਦੂਰ ਵੀ ਨਹੀਂ ਗੱਲ, ਨੇੜੇ ਹੀ ਆ 2 ਸਾਲਾਂ 'ਚ ਹੀ ਕੰਮ ਚੁੱਕਤਾ ਜੀ। ਹਾਂਜੀ, ਇਹ 2-3 ਸਾਲਾਂ ਦੇ ਵਿੱਚ ਹੀ ਇਹ ਕੰਮ ਪਿਆ ਜਿਹੜਾ ਵੀ ਪਿਆ। ਚਲੋ ਜੀ ਠੀਕ ਹੋ ਗਿਆ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਓਕੇ ਜੀ, ਅੱਲਾ ਹਾਫਿਜ਼।